ਤਾਂ ਥੋੜੀ ਹੀ ਦੇਰ ਦੇ ਵਿੱਚ ਸਿੰਘੂ ਬਾਰਡਰ ਤੋਂ ਕਿਸਾਨ ਜਥੇਬੰਦੀਆਂ ਰਵਾਨਾ ਹੋ ਰਹੀਆਂ ਨੇ ਵਿਗਿਆਨ ਭਵਨ ਦੇ ਲਈ। 10ਵੇਂ ਗੇਟ ਦੀ ਮੀਟਿੰਗ ਜੋ ਅੱਜ 2 ਵਜੇ ਵਿਗਿਆਨ ਭਵਨ ਦੇ ਵਿੱਚ ਹੋਣ ਜਾ ਰਹੀ ਹੈ, ਉਸ ਮੀਟਿੰਗ ਦੇ ਲਈ ਜੋ ਕਿਸਾਨ ਜਥੇਬੰਦੀਆਂ ਬੱਸਾਂ ਦੇ ਰਾਹੀਂ ਰਵਾਨਾ ਹੋਣਗੀਆਂ। ਹਾਲਾਂਕਿ ਜੋ 5 ਤੋਂ 6 ਕਿਸਾਨ ਆਗੂ ਨੇ ਜੋ ਅਗਵਾਈ ਕਰ ਰਹੇ ਨੇ ਉਹ ਪਹਿਲਾਂ ਹੀ ਪਹੁੰਚੇ ਹੋਏ ਨੇ ਦਿੱਲੀ ਪੁਲਿਸ ਦੇ ਨਾਲ ਮੀਟਿੰਗ ਦੇ ਕਾਰਨ। ਫਿਲਹਾਲ ਪਰੇਡ ਨੂੰ ਲੈ ਕੇ ਦਿੱਲੀ ਪੁਲਿਸ ਦੇ ਨਾਲ ਚਰਚਾ ਹੋ ਰਹੀ ਹੈ ਤੇ ਇਧਰ ਜੋ ਬਾਕੀ ਕਿਸਾਨ ਜਥੇਬੰਦੀਆਂ ਨੇ ਵਿਗਿਆਨ ਭਵਨ ਜਾਣ ਦੀ ਤਿਆਰੀ ਉਹਨਾਂ ਨੇ ਕਰ ਲਈ ਹੈ। ਸਿੱਧਾ ਰੁਖ ਕਰਦੇ ਹਾਂ ਸਿੰਘੂ ਬਾਰਡਰ ਦਾ। ਰੋਹਿਤ ਬੰਸਲ ਸਾਡੇ ਸਹਿਯੋਗੀ लगातार जुड़े हुए ने। रोहित, फिलहाल तैयारी किसानों की हो गई है। अज का दिन काफी अहम है क्योंकि एक पासे पहला ही किसान आगुआं की मीटिंग चल रही है परेड नूं लैके, दूजे पासे अज 10वें गेट की बैठक। की कुछ कह रही ने किसान जथेबंदियां? जी बिल्कुल, जी बसां इत्थों ਸਿੰਘੂ ਬਾਰਡਰ ਤੋਂ ਵਿਗਿਆਨ ਭਵਨ ਨੂੰ ਜਾਣੀਆਂ ਉਹ ਲਗਭਗ ਤਿਆਰ ਨੇ। ਕਿਸਾਨ ਆਗੂ ਬੱਸਾਂ ਵਿੱਚ ਸਵਾਰ ਹੋ ਚੁੱਕੇ ਨੇ ਔਰ ਹੁਣ ਤੋਂ ਕਰੀਬ 1.5-2 ਘੰਟਿਆਂ ਬਾਅਦ ਇਹ ਬੱਸ ਹੈ ਜਿਹੜੀ ਇੱਥੋਂ ਚੱਲ ਕੇ ਵਿਗਿਆਨ ਭਵਨ ਪਹੁੰਚੇਗੀ। ਸੋ ਕਿਸਾਨ ਆਗੂ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਅੱਜ ਦੀ ਮੀਟਿੰਗ ਬਾਰੇ ਕੀ ਸੋਚਦੇ ਨੇ। ਮੁਕੇਸ਼ ਜੀ, ਬੱਸ 'ਚ ਬੈਠ ਚੁੱਕੇ ਹੋ, ਉਮੀਦਾਂ ਦੀ ਬੱਸ ਕਿਹਾ ਜਾਂਦਾ ਇਸ ਬੱਸ ਨੂੰ ਕਿਉਂਕਿ ਉਮੀਦਾਂ ਲਾ ਕੇ ਆਪਾਂ ਵਿਗਿਆਨ ਭਵਨ ਜਾਂਦੇ ਹਾਂ ਔਰ ਹਮੇਸ਼ਾ ਜੇਕਰ 10 ਮੀਟਿੰਗਾਂ ਦੀ ਗੱਲ ਕਰੀਏ ਤਾਂ ਨਿਰਾਸ਼ ਹੋ ਕੇ ਵਾਪਸ ਪਰਤਿਆ ਜਾਂਦਾ। ਅੱਜ ਦੀ ਮੀਟਿੰਗ ਤੋਂ ਕਿੰਨੀਆਂ ਉਮੀਦਾਂ ਰੱਖਦੇ ਹੋ? ਪਹਿਲਾਂ ਤਾਂ ਮੈਂ ਸਾਰੇ ਦੇਸ਼ ਵਿਦੇਸ਼ 'ਚ ਬੈਠੇ ਸਾਡੇ ਭਾਈਚਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀਆਂ ਵਧਾਈਆਂ ਦਿੰਦਾ ਹਾਂ ਜੀ। ਦੇਖੋ ਅੱਜ ਸਾਡੇ ਗੁਰੂਆਂ ਦਾ ਗੁਰਪੁਰਬ ਆ। ਅੱਗੇ ਅਸੀਂ ਸ਼ਹੀਦਾਂ ਦਿਵਸ ਵੀ ਆਪਣੇ ਸਾਹਿਬਜ਼ਾਦਿਆਂ ਦੇ ਮਨਾਏ ਆ, ਪਰ ਜਿੰਨੇ ਵੀ ਤਿਉਹਾਰ ਜਾਂ ਗੁਰਪੁਰਬ ਸਾਡੇ ਕੋਲ ਇੱਥੇ ਸਰਕਾਰ ਮਨਾ ਲਵੇ, ਪਰ ਜਾਵਾਂਗੇ ਅਸੀਂ ਬਿੱਲ ਰੱਦ ਕਰਵਾ ਕੇ। ਅਸੀਂ ਤਾਂ ਉਮੀਦ ਪਹਿਲੇ ਦਿਨ ਤੋਂ ਲੈ ਕੇ ਚੱਲੇ ਆ, ਉਮੀਦਾਂ ਤੇ ਦੁਨੀਆ ਖੜੀ ਆ। ਅੱਜ ਵੀ ਅਸੀਂ ਉਸ ਉਮੀਦ ਤੇ ਕਾਇਮ ਹੋ ਕੇ ਜਾ ਰਹੇ ਆ ਬਈ ਅੱਜ ਸਾਡੇ ਗੁਰੂ ਦਾ ਗੁਰਪੁਰਬ ਆ, ਥੋੜੀ ਇਹਨਾਂ ਨੂੰ ਸਦਬੁੱਧੀ ਮਿਲੇ ਤਾਂ ਅੱਜ ਸਾਡਾ ਲੱਗਦਾ ਹੈ ਕਿ ਅੱਜ ਗੁਰਪੁਰਬ ਤੇ ਖੁਸ਼ੀ ਦੀ ਕੋਈ ਖਬਰ ਮਿਲ ਸਕਦੀ ਹੈ ਕਿਸਾਨਾਂ ਨੂੰ। ਬਿਲਕੁਲ ਜੀ, ਸਾਨੂੰ ਤਾਂ ਆਪਣੇ ਗੁਰੂ ਤੇ ਭਰੋਸਾ ਆ, ਤਾਂ ਅਸੀਂ ਕੁਛ ਨਾ ਕੁਛ ਜ਼ਰੂਰ ਕੱਢ ਕੇ ਆਵਾਂਗੇ ਜੀ। ਅੱਜ ਪਿਛਲੇ ਦਿਨਾਂ 'ਚ NIA ਦੇ ਨੋਟਿਸ ਜਾਰੀ ਹੁੰਦੇ ਆ। NIA ਨੂੰ ਲੈ ਕੇ ਵੀ ਕਿਹਾ ਜਾ ਰਿਹਾ ਸੀ ਕਿ ਸਭ ਤੋਂ ਪਹਿਲੀ ਜਿਹੜੀ ਚਰਚਾ ਦੀ ਸ਼ੁਰੂਆਤ ਹੈ NIA ਦੇ ਨੋਟਿਸਾਂ ਨਾਲ ਹੀ ਹੋਏਗੀ। ਦੇਖੋ ਜੀ, ਕੋਈ ਗੱਲ ਨਹੀਂ, ਇਹ ਤਾਂ ਸਰਕਾਰ ਦੀ ਘਬਰਾਹਟ ਦੀ ਨਿਸ਼ਾਨੀ ਹੈ। ਜਿਹੜੇ ਬੰਦੇ ਕੋਈ ਸੇਵਾ ਕਰਦੇ ਆ, ਟਰਾਂਸਪੋਰਟ ਆ, ਕੋਈ ਗਾਇਕ ਆ, ਅੰਦੋਲਨ ਦਾ ਜਿਹੜਾ ਵੀ ਕੋਈ ਹਿੱਸਾ ਬਣ ਰਿਹਾ, ਸ਼ਾਇਦ ਇਦਾਂ ਦੀ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ। ਤੁਸੀਂ ਇਹ ਦੇਖੋ ਵੀ ਉਹਨਾਂ ਤੋਂ ਉਤਸ਼ਾਹ ਜਿਹੜਾ ਹੋਰ ਵੱਧ ਰਿਹਾ। ਹਰ ਬੰਦਾ ਕਹਿੰਦਾ ਕੋਈ ਗੱਲ ਨਹੀਂ, ਜੇ ਸਾਡੀਆਂ 2 ਬੱਸਾਂ ਆਉਣ ਕਰਕੇ ਸਾਨੂੰ NIA ਦੇ ਕੱਢ ਰਹੇ ਅਸੀਂ 20 ਭੇਜਾਂਗੇ, ਪਰ ਪਿੱਛੇ ਨਹੀਂ ਹਟਾਂਗੇ। ਸੋ ਅੱਜ ਦੀ ਜੀ ਮੀਟਿੰਗ ਦੀ ਗੱਲ ਕਰਾਂ ਤਾਂ ਕੋਈ ਤਿਆਰੀ ਕੀਤੀ ਗਈ ਹੈ ਕਿਉਂਕਿ ਅੱਜ ਦੀ ਮੀਟਿੰਗ ਦੀ ਜਿਹੜੀ ਸ਼ੁਰੂਆਤ ਕਿਹੜੀ ਚੀਜ਼ ਨੂੰ ਲੈ ਕੇ ਕੀਤੀ ਜਾਣੀ ਹੈ, ਕਿਹੜੇ ਮੁੱਖ ਮੰਗਾਂ ਨੇ? ਜਿਸ ਤਰ੍ਹਾਂ 3 ਕਾਨੂੰਨਾਂ ਦੀ ਮੰਗ ਨੂੰ ਪਹਿਲਾਂ ਚੁੱਕਿਆ ਜਾਏਗਾ ਕਿ NIA ਦੀ ਮੰਗ ਨੂੰ ਪਹਿਲਾਂ ਚੁੱਕਿਆ ਜਾਏਗਾ, ਉਸ ਚੀਜ਼ ਨੂੰ ਲੈ ਕੇ ਕੀ ਤਿਆਰੀਆਂ ਕੀਤੀਆਂ ਗਈਆਂ ਨੇ? ਕਿਉਂਕਿ ਸਰਕਾਰ ਵੱਲੋਂ ਵੀ ਲਗਾਤਾਰ ਜਿੱਦਾਂ ਦੇ ਸਵਾਲ ਜਵਾਬ ਆਉਂਦੇ ਨੇ ਉਸ ਦਾ ਕਿੱਦਾਂ ਜਵਾਬ ਦੇਣਾ ਹੈਗਾ? ਦੇਖੋ, NIA ਦਾ ਸਭ ਤੋਂ ਪਹਿਲਾਂ ਮੇਨ ਏਜੰਡਾ ਸਾਡਾ ਇੱਕ ਨਵਾਂ ਵਿੱਚ ਆ ਗਿਆ, ਨਹੀਂ ਤਾਂ ਸਾਡੇ 2 ਮੁੱਦੇ ਸੀਗੇ ਪੈਂਡਿੰਗ ਪਏ। ਇੱਕ ਤਿੰਨੋਂ ਜਿਹੜੇ ਆ ਕਾਲੇ ਕਾਨੂੰਨ ਰੱਦ ਕਰਾਉਣੇ ਤੇ ਦੂਜਾ ਜਿਹੜਾ ਆ MSP ਦੇ ਕਾਨੂੰਨ ਰਿਟਰਨ ਦੇ ਵਿੱਚ ਲੈਣਾ। ਤੀਜਾ ਸਾਡਾ ਇਹ ਮੇਨ ਮੁੱਦਾ ਜਿਹੜਾ ਆ ਗਿਆ NIA ਵਾਲਾ, ਇਹ ਸਭ ਤੋਂ ਪਹਿਲਾਂ ਇਹ ਉਹਨਾਂ ਦੇ ਸਰਕਾਰ ਦੇ ਸਾਹਮਣੇ ਤੱਤਾਂ ਦੇ ਹਿਸਾਬ ਨਾਲ ਰੱਖਿਆ ਜਾਊਗਾ। ਸੋ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਦੀ ਮੀਟਿੰਗ ਵਿੱਚ ਜਿਹੜਾ NIA ਦਾ ਮੁੱਦਾ ਹੈ ਇਹ ਵੀ ਚੁੱਕਿਆ ਜਾਏਗਾ। ਕੁਝ ਹੋਰ ਕਿਸਾਨਾਂ ਨਾਲ ਗੱਲ ਕਰਾਂਗੇ ਅੱਜ ਦੀ ਮੀਟਿੰਗ ਨੂੰ ਲੈ ਕੇ ਕੀ ਖਾਸ ਤਿਆਰੀਆਂ ਨੇ ਕਿਉਂਕਿ ਬੇहद ਅਹਿਮ ਮੀਟਿੰਗ ਹੋ ਜਾਂਦੀ ਹੈ ਜਦੋਂ 26 ਜਨਵਰੀ ਤੋਂ ਪਹਿਲਾਂ ਇਸ ਤਰ੍ਹਾਂ ਦੀ ਮੀਟਿੰਗ ਹੁੰਦੀ ਹੈ। ਨਹੀਂ, ਮੀਟਿੰਗ ਤਾਂ ਹਰ ਇੱਕ ਹੀ ਅਹਿਮ ਹੀ ਰਹੀ ਆਪਣੀ ਜੋ ਵੀ, ਕਿਉਂਕਿ ਆਪਾਂ ਜਿਸ ਚੀਜ਼ ਲਈ ਲੜ ਰਹੇ ਹਾਂ ਉਸ ਤੋਂ ਇੱਕ ਪਿੱਛੇ 1 ਮਿੰਟ ਵੀ ਨਹੀਂ ਹਟੇ ਔਰ ਹਰ ਵਾਰੀ ਸਾਡੀ ਇਹੋ ਹੀ ਮੰਗ ਹੁੰਦੀ। ਮੁੱਖ ਮੰਗ ਜਿਹੜੀ ਬੇਸਿਕ ਉੱਥੇ ਹੀ ਖੜੀ ਆ ਕਿ ਜਿਹੜੇ 3 ਕਾਨੂੰਨ ਰੱਦ ਕੀਤੇ ਜਾਣ ਔਰ MSP ਤੇ ਜਿਹੜਾ ਕਾਨੂੰਨ ਬਣਾਇਆ ਜਾਵੇ। ਇਸ ਤੋਂ ਇਲਾਵਾ ਸਾਡੇ ਕੋਈ ਏਜੰਡੇ ਤੇ ਚੀਜ਼ ਹੈ ਹੀ ਨਹੀਂ ਜਿੰਦੇ ਤੇ ਆਪਾਂ ਗੱਲ ਕਰਾਂਗੇ, ਨਾ ਕੋਈ ਤਿਆਰੀ ਵਾਲੀ ਵੀ ਗੱਲ ਹੈ ਨਹੀਂ ਜਿਵੇਂ ਆਪਾਂ ਕਹੀਏ ਵੀ ਤਿਆਰੀ। ਹਾਂ, ਇੱਕ ਜ਼ਰੂਰ ਚੀਜ਼ ਆ ਜਿਹੜੀ ਆਪਣੀ NIA ਦਾ ਰੌਲਾ ਪਿਆ ਹੋਇਆ, ਸਾਨੂੰ ਡਰਾਇਆ ਜਾ ਰਿਹਾ, ਸਾਡੇ ਸਾਡੇ ਮਹਾਂਪੁਰਸ਼ਾਂ ਨੂੰ ਕੱਢੇ ਜਿਹੜੇ ਕਿ ਬਿਲਕੁਲ ਹੀ ਜਿਹੜੀ ਨਜਾਇਜ਼ ਸਰਕਾਰ ਡਰਾ ਰਹੀ ਲੋਕਾਂ ਨੂੰ। ਡਰਨ ਵਾਲੇ ਲੋਕ ਵੀ ਨਹੀਂ ਹੈਗੇ ਕਿਉਂਕਿ ਸਰਕਾਰ ਦੀ ਪਾਲਿਸੀ ਨੂੰ ਸਭ ਲੋਕ ਸਮਝ ਰਹੇ ਨੇ ਕਿ ਡਰਾਉਣਗੇ। ਜਿਵੇਂ ਉਸ ਦਿਨ ਬੁਲਾ ਕੇ ਉਹਨਾਂ ਨੂੰ 18 ਤਰੀਕ ਨੂੰ 7-7 ਘੰਟੇ ਉਹਨਾਂ ਨਾਲ ਬੈਠਕ ਕਰਦੇ ਨੇ ਏਜੰਸੀਆਂ ਵਾਲੇ ਔਰ ਲਾਸਟ 'ਚ ਇਹ ਕਹਿੰਦੇ ਕਿ ਜੇ ਤੁਸੀਂ ਅੱਗੇ ਤੋਂ ਸੇਵਾ ਕਰੋਗੇ ਤੁਹਾਡੇ ਤੇ ਐਵੇਂ ਪਰੇਸ਼ਾਨੀ ਕਹਿੰਦੇ ਵੀ ਧਮਕੀਆਂ ਦਿੰਦੇ ਨੇ। ਪਰ ਲੋਕ ਸਮਝ ਚੁੱਕੇ ਔਰ ਇਹ ਪੂਰੀ ਦੁਨੀਆ ਹੀ ਦੇਖ ਰਹੀ ਕਿ ਜਿਵੇਂ ਇੱਕ ਦਿਨ 'ਚ ਲਗਭਗ 70 ਦੇ ਕਰੀਬ ਇਹ ਨੋਟਿਸ ਆ ਜਾਣੇ। ਇਹ ਕਿਤੇ ਕਿ ਸਰਕਾਰ ਜਿਹੜੀ ਘਬਰਾਹਟ ਹੀ ਨਜ਼ਰ ਆ ਰਹੀ ਜੀ। ਸੋ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿਸਾਨ ਆਗੂ ਦਾ ਕਹਿਣਾ ਕਿ ਘਬਰਾਹਟ ਦੇ। ਕੁਝ ਹੋਰ ਕਿਸਾਨ ਆਗੂ ਨਾਲ ਗੱਲ ਕਰਾਂਗੇ। ਅੱਜ ਦੀ ਮੀਟਿੰਗ ਤੋਂ ਕੀ ਖਾਸ ਉਮੀਦਾਂ ਰੱਖਦੇ ਹੋ ਕਿਉਂਕਿ 26 ਜਨਵਰੀ ਤੋਂ ਪਹਿਲਾਂ ਮੀਟਿੰਗ ਹੈ ਔਰ ਇੱਕ ਮੀਟਿੰਗ ਇਸ ਵਕਤ ਚੱਲ ਵੀ ਰਹੀ ਹੈ? ਬਿਲਕੁਲ ਜੀ, ਉਹ ਪਹਿਲਾਂ ਚੱਲ ਰਹੀ ਹੈ ਜਿਹੜੀ ਪੁਲਿਸ ਪ੍ਰਸ਼ਾਸਨ ਨਾਲ ਜਿਹੜਾ ਅਸੀਂ ਮੰਗਿਆ ਵੀ ਸਾਨੂੰ ਰੂਟ ਦਿਓ, ਰੂਟ ਪਲਾਨ ਦੀ, ਉਹ ਚੱਲ ਰਹੀ ਹੈ। ਤੇ ਅੱਜ ਵਾਲੀ ਮੀਟਿੰਗ ਤੋਂ ਬਹੁਤ ਉਮੀਦਾਂ ਜੀ। ਲਾਸਟ ਵਾਲੀ ਮੀਟਿੰਗ 'ਚ ਇਹਨਾਂ ਨੇ ਕਿਹਾ ਸੀ ਅਗਲੀ ਮੀਟਿੰਗ 'ਚ ਕਾਫੀ ਕੁਝ ਮਸਲੇ ਹੱਲ ਹੋਣ ਦੇ ਅਸਾਰ ਹੈਗੇ ਆ, ਤਾਂ ਉਵੇਂ ਜਿਵੇਂ ਅੱਗੇ ਅਸੀਂ ਉਮੀਦ ਲੈ ਕੇ ਜਾਂਦੇ। ਬਾਕੀ ਅੱਜ ਸਾਡੇ ਦਸਮ ਪਿਤਾ ਦਾ ਪ੍ਰਕਾਸ਼ ਪੁਰਬ ਹੈ ਤੇ ਸ਼ਾਇਦ ਮਹਾਰਾਜ ਕੁਛ ਮਿਹਰ ਕਰਨ, ਕੋਈ ਸਾਡੇ ਤੇ ਕੁਛ ਇਹਨਾਂ ਨੂੰ ਵੀ ਕੁਛ ਦਇਆ ਆ ਜੇ ਜੀ। ਮੀਟਿੰਗ ਦੇ ਤਾਂ ਆਸ ਉਮੀਦ ਨਾਲ ਹੀ ਜਾਂਦੇ ਜੀ ਹਰ ਵਾਰ ਦੀ ਤਰ੍ਹਾਂ।
ਪਿਛਲੀ ਮੀਟਿੰਗ ਦੀ ਮੈਂ ਗੱਲ ਕਰਾਂ ਤਾਂ ਉਸ ਦੇ ਵਿੱਚ ਮੁੱਖ ਤੌਰ ਤੇ ਏਜੰਡਾ ਜ਼ਰੂਰੀ ਵਸਤਾਂ ਸੋਧ ਬਿੱਲ ਦਾ ਰਿਹਾ ਸੀ ਜਾਂ ਥੋੜਾ ਬਹੁਤ ਐਮਐਸਪੀ ਨੂੰ ਲੈ ਕੇ ਚਰਚਾ ਹੋਈ ਸੀ, ਤਾਂ ਅੱਜ ਦੀ ਮੀਟਿੰਗ 'ਚ ਕੀ ਚਰਚਾ ਉਸੇ ਦੌਰ ਤੋਂ ਅੱਗੇ ਵਧਾਈ ਜਾਏਗੀ ਜਾਂ ਅਲੱਗ ਤੋਂ ਦੂਜੇ 2 ਬਿੱਲ ਆ ਜਿਹੜੇ ਉਹਨਾਂ ਤੇ ਚਰਚਾ ਕੀਤੀ ਜਾ ਸਕਦੀ ਹੈ? ਦੇਖੋ ਜੀ, ਪਹਿਲਾਂ ਉਸੇ ਜਿਹੜੇ ਦੌਰ ਦੇ ਮੀਟਿੰਗ ਸੀ ਉਹਨੂੰ ਅੱਗੇ ਵਧਾ ਕੇ ਤਾਂ ਹੋਪਫੁਲੀ ਇਹ ਹੈ ਵੀ ਲੰਚ ਟਾਈਮ ਤੱਕ ਉਹ ਸੌਟ ਆਊਟ ਹੋ ਜਾਣਗੇ। ਉਸ ਤੋਂ ਬਾਅਦ ਜਿਹੜੇ ਬਾਕੀ ਦੇ 2 ਬਿੱਲ ਆ ਉਹਨਾਂ ਤੇ ਚਰਚਾ ਹੋਊਗੀ। ਜੋ ਉਮੀਦ ਤਾਂ ਇਹੀ ਲੈ ਕੇ ਚੱਲੇ ਹਾਂ ਜੀ। 15 ਤਰੀਕ ਦੀ ਮੀਟਿੰਗ ਵਿੱਚ ਵੀ ਐਨਆਈਏ ਦਾ ਮੁੱਦਾ ਚੁੱਕਿਆ ਗਿਆ ਸੀ ਜਦੋਂ ਕੁਝ ਟਰਾਂਸਪੋਰਟਰਾਂ ਨੂੰ ਐਨਆਈਏ ਨੇ ਨੋਟਿਸ ਜਾਰੀ ਕਰਤੇ ਸੀ। ਸੋ 15 ਤਰੀਕ ਦੀ ਮੀਟਿੰਗ ਤੋਂ ਬਾਅਦ 16-17 ਤਰੀਕ ਨੂੰ ਹੋਰ ਬਹੁਤ ਸਾਰੇ ਕਿਸਾਨ ਆਗੂਆਂ ਨੂੰ ਜਾਂ ਇਸ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਨੋਟਿਸ ਜਾਰੀ ਹੋਏ। ਕਿਹਾ ਜਾ ਰਿਹਾ ਸੀ ਕਿ 19 ਦੀ ਮੀਟਿੰਗ 'ਚ ਪਹਿਲਾ ਮੁੱਦਾ ਹੀ ਐਨਆਈਏ ਦਾ ਹੋਏਗਾ ਔਰ ਕਿਉਂਕਿ 19 ਦੀ ਮੀਟਿੰਗ ਕੈਂਸਲ ਹੋ ਕੇ 20 ਤੇ ਚਲੇਗੀ ਤਾਂ ਅੱਜ ਦੀ ਮੀਟਿੰਗ ਦੀ ਸ਼ੁਰੂਆਤ ਐਨਆਈਏ ਤੋਂ ਕੀਤੀ ਜਾਏਗੀ। ਬਿਲਕੁਲ ਜੀ, ਬਾਕੀ ਜਿਹੜੇ ਸਾਡੇ ਕਿਸਾਨ ਆਗੂ ਆ, ਸਾਡੇ ਜਿਹੜੇ ਮੁੱਖ ਲੀਡਰ ਆ, ਉਹਨਾਂ ਨੇ ਰੂਪ ਰੇਖਾ ਤਿਆਰ ਕੀਤੀ ਵੀ ਹੈ ਇਹਦੀ ਜੀ, ਤਾਂ ਤੁਹਾਨੂੰ ਅੱਗੇ ਪਤਾ ਲੱਗਦਾ ਰਹੂਗਾ। ਐਨਆਈਏ ਵੀ ਇੱਕ ਮੁੱਦਾ ਰਹੂਗਾ ਜੀ, ਬਿਕਾਜ਼ ਅਸੀਂ ਜਿਹੜੇ ਬੰਦੇ ਸਾਨੂੰ ਸਪੋਰਟ ਕਰ ਰਹੇ ਆ, ਇਸ ਨੂੰ ਸਪੋਰਟ ਕਰ ਰਹੇ ਆ, ਤਾਂ ਉਹਨੂੰ ਨੋਟਿਸ ਜਾਰੀ ਕਰਨਾ ਕਿਤੇ ਨਾ ਕਿਤੇ ਸਰਕਾਰ ਨੂੰ ਇਹ ਹੈ ਕਿ ਇਹਨਾਂ ਦੀ ਜਿਹੜੀ ਮੂਵਮੈਂਟ ਆ ਉਹਦਾ ਲੱਕ ਤੋੜਿਆ ਜਾਵੇ। ਤਾਂ ਇਹ ਚੀਜ਼ ਭੁੱਲ ਚੁੱਕੇ ਆ ਜੀ, ਕਿਤੇ ਐ ਕਿਸੇ ਨੂੰ ਡਰਾ ਕੇ ਜਾਂ ਕੁਝ ਕਰਕੇ ਜੇ ਕਿਸੇ ਨੂੰ ਸਪਰੈਸ ਕਰਾਂਗੇ ਤਾਂ ਉਹ ਰਿਵਰਟ ਬੈਕ ਕਰਦੇ ਆ। ਤਾਂ ਕੋਈ ਵੀ ਇਹੋ ਜੀ ਗੱਲ ਨਹੀਂ, ਨਾ ਕੋਈ ਡਰਨ ਵਾਲਾ ਜੀ। ਨੋਟਿਸ ਜੇ ਆਏ ਆ ਤਾਂ ਸਾਡੇ ਬੰਦੇ ਰਿਪਲਾਈ ਕਰ ਦੇਣਗੇ ਜੀ, ਕਿਉਂਕਿ ਇਹਦੇ 'ਚ ਕੀ ਹੈ ਜੀ, ਦਾਨ ਪੁੰਨ ਕੀਤਾ ਕੋਈ, ਉਹਦੇ 'ਚ ਕਿਤੋਂ ਹੱਕ ਹਲਾਲ ਦੀ ਕਮਾਈ ਹੈ ਜੀ। ਜੇ ਕਿਸੇ ਦਾ ਕੋਈ ਇੱਥੇ ਨਹੀਂ ਪਹੁੰਚ ਸਕਿਆ, ਜੇ ਉਹਨੇ ਕੋਈ ਲੰਗਰ ਦੀ ਸੇਵਾ ਕਰਤੀ, ਕੁਛ ਕਰਤੀ, ਤਾਂ ਉਹਦੇ 'ਚ ਬੁਰੀ ਗੱਲ ਕੀ ਹੈ ਜੀ? ਉਹਨਾਂ ਨੂੰ ਨੋਟਿਸ ਜਾਰੀ ਕਰਨਾ ਜਾਂ ਕਿਸੇ ਨੇ ਜੇ ਬੱਸ ਭੇਜਤੀ ਤਾਂ ਇਹ ਕੋਈ ਵਾਜਿਬ ਗੱਲ ਨਹੀਂ ਲੱਗਦੀ ਮੈਨੂੰ ਸਭ ਤੇ। ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਕੇਂਦਰ ਦੇ ਮੰਤਰੀਆਂ ਦੇ ਬਿਆਨ ਆਉਂਦੇ ਆ ਕਿ ਸੁਪਰੀਮ ਕੋਰਟ ਨੇ ਇਹਨਾਂ ਬਿੱਲਾਂ ਤੇ ਰੋਕ ਲਗਾ ਦਿੱਤੀ ਹੈ, ਹੁਣ ਕਿਸਾਨਾਂ ਨੂੰ ਚਾਹੀਦਾ ਕਿ ਇਹਨਾਂ ਬਿੱਲਾਂ ਨੂੰ ਖੁੱਲ੍ਹ ਕੇ ਗੱਲ ਕਰਨ ਔਰ ਜਿਹੜੀਆਂ ਕਮੀਆਂ ਉਸ ਦੇ ਵਿੱਚ ਅਸੀਂ ਸੋਧਾਂ ਕਰਕੇ ਇਹਨਾਂ ਨੂੰ ਦੂਰ ਕਰ ਦਿੰਦੇ, ਕਿਉਂਕਿ ਬਿੱਲਾਂ ਤੇ ਤਾਂ ਰੋਕ ਲੱਗ ਹੀ ਚੁੱਕੀ ਹੈ। ਦੇਖੋ, ਰੋਕ ਲਾਉਣੀ ਇੱਕ ਇਹਨਾਂ ਨੂੰ ਬੜਾ ਵੱਡਾ ਲੈਸਨ ਗਵਰਨਮੈਂਟ ਨੂੰ ਲਰਨ ਕਰਨਾ ਚਾਹੀਦਾ ਵੀ ਜੇ ਸੁਪਰੀਮ ਕੋਰਟ ਕਿਸੇ ਚੀਜ਼ ਤੇ ਰੋਕ ਲਾਉਂਦੀ ਇਟ ਮੀਨਸ ਉਹ ਗਲਤ ਹੈ। ਜੇ ਉਹ ਗਲਤ ਆ ਤਾਂ ਇਹ ਮੰਨ ਜਾਣ। ਇਹਦੇ 'ਚ ਹੁਣ ਸੋਧਾਂ ਵਾਲੀ ਗੱਲ ਤਾਂ ਰਹੀ ਨਹੀਂ। ਇਹ ਤਾਂ ਕਿੰਨੇ ਦੇਰ ਦੇ ਤਾਂ ਅਸੀਂ ਹਰ ਵਾਰ ਇਹ ਕਹਿ ਰਹੇ ਹਾਂ ਵੀ ਇਹਨਾਂ ਨੂੰ ਰਿਪੀਲ ਕੀਤਾ ਜਾਵੇ। ਬਾਕੀ ਜਿਹੜੀਆਂ ਸੋਧਾਂ, ਜੇ ਆਪਾਂ ਸਾਰੀਆਂ ਸੋਧਾਂ ਹੀ ਕਰਤੀਆਂ, ਜੇ ਜਿੰਨੀਆਂ ਸੋਧਾਂ ਜੇ ਵਿੱਚ ਹੋ ਵੀ ਗਈਆਂ ਤਾਂ ਉਹ ਰਿਪੀਲ ਹੀ ਹੋ ਗਏ ਇੱਕ ਹਿਸਾਬ ਦੇ। ਤਾਂ ਕਿਉਂ ਨਾ ਉਹਨੂੰ ਇਹਨੂੰ ਇਹ ਚੀਜ਼ ਅੰਡਰਸਟੈਂਡ ਕਰ ਲੈਣ, ਜਿੰਨੀ ਛੇਤੀ ਅੰਡਰਸਟੈਂਡ ਕਰ ਲੈਣਗੇ ਉਨਾ ਬੈਟਰ ਹੈ ਜੀ। ਅਸੀਂ ਵੀ ਠੰਡ ਦੇ ਵੱਡੇ ਵੱਧਦੀ ਜਾ ਰਹੀ ਹੈ, ਅਗਲੇ ਫਿਊ ਡੇਜ਼ 'ਚ ਜਿਹੜਾ ਟੈਂਪਰੇਚਰ ਆ ਉਹ ਮਾਈਨਸ 'ਚ ਵੀ ਜਾਣ ਦੇ ਅਸਾਰ ਹੈ ਜੀ। ਤਾਂ ਸਾਡੇ ਜਿਹੜੇ ਬਜ਼ੁਰਗ ਕਿਸਾਨ ਬੈਠੇ ਆ ਉਹਨਾਂ ਦਾ ਬੜਾ ਔਖਾ ਹੋ ਜਾਂਦਾ ਜੀ ਇੰਨੀ ਠੰਡ ਆਪਦੇ ਪਿੰਡੇ ਤੇ ਹੰਡਾਉਣ ਵਾਸਤੇ। ਤਾਂ ਇਹਨਾਂ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਜੀ। ਅੱਜ ਉਮੀਦ ਹੈ, ਕਾਫੀ ਉਮੀਦ ਲੈ ਕੇ ਚੱਲੇ ਜੀ ਅੱਜ ਦੀ ਮੀਟਿੰਗ ਤੋਂ। ਪਿਛਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਨੇ ਵੀ ਅਪੀਲ ਕੀਤੀ ਸੀ ਔਰ ਜਿਹੜੇ ਕੇਂਦਰ ਦੇ ਮੰਤਰੀ ਉਹਨਾਂ ਨੇ ਵੀ ਅਪੀਲ ਕੀਤੀ ਸੀ, ਜਿਸ ਚੀਜ਼ ਦਾ ਜ਼ਿਕਰ ਤੁਸੀਂ ਕਰ ਰਹੇ ਹੋ ਕਿ ਬਜ਼ੁਰਗਾਂ ਨੂੰ, ਬੱਚਿਆਂ ਨੂੰ ਔਰ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਵੇ। ਦੇਖੋ, ਅਸੀਂ ਵੀ ਉਹਨਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਵੀ ਤੁਸੀਂ ਜ਼ਿਆਦਾ ਠੰਡ ਹੈ, ਤੁਸੀਂ ਘਰ ਚਲੇ ਜਾਓ, ਜਾਂ ਇੱਥੇ ਨੌਜਵਾਨ ਹੈਗੇ ਉਹ ਰਹਿਣ ਇੱਥੇ। ਪਰ ਉਹ ਕਹਿੰਦੇ ਜਿਹੜੀ ਚੀਜ਼ ਉਹਨਾਂ ਨੇ ਆਪਦੇ ਹੱਡਾਂ ਤੇ ਪਹਿਲਾਂ ਹੰਡਾ ਚੁੱਕੇ ਆ, ਸਾਡੇ ਨਾਲੋਂ ਨੌਜਵਾਨਾਂ ਨਾਲੋਂ ਵੀ ਉਹ ਤਕੜੇ ਆ। ਅਸੀਂ ਤਾਂ ਉਹਨਾਂ ਤੋਂ ਸੇਧ ਲੈ ਰਹੇ ਹਾਂ। ਅਸੀਂ ਤਾਂ ਅੱਗੇ ਨੌਜਵਾਨੀ ਨੂੰ ਇਹ ਕਹਿੰਦੇ ਆ ਵੀ ਆਪਦੇ ਆਪ ਨੂੰ ਹੈਲਥ ਵਾਈਜ਼ ਹੋਰ ਸਟਰੋਂਗ ਕਰੋ, ਤਾਂ ਕਿ ਜੇ ਆਪਾਂ ਨੂੰ ਅੱਜ ਤਾਂ ਆਪਣੇ ਬਜ਼ੁਰਗ ਅੱਗੇ ਲਾ ਕੇ ਸੇਧ ਦੇਗੇ ਤਾਂ ਕੱਲ ਨੂੰ ਦੁਬਾਰਾ ਜੇ ਕੋਈ ਦਿੱਕਤ ਆਉਂਦੀ ਹੈ ਤਾਂ ਜੇ ਆਪਾਂ ਤਕੜੇ, ਜੇ ਉਹ ਅੱਜ ਉਹ ਤਕੜੇ ਸੀ, ਸਰੀਰਕ ਪੱਖੋਂ ਤਕੜੇ ਸੀ, ਉਹਨਾਂ ਨੇ ਆਪ ਹੱਥੀਂ ਕੰਮ ਕੀਤੇ ਸੀ, ਤਾਂ ਹੀ ਅੱਜ ਆਪਾਂ ਇਸ ਪੋਜੀਸ਼ਨ ਤੇ ਬੈਠੇ ਹਾਂ। ਜੇ ਉਹ ਸਾਡੇ ਅੱਗੇ ਲੱਗੇ, ਅਸੀਂ ਉਹਨਾਂ ਦੇ ਪਿੱਛੇ ਲੱਗੇ ਹਾਂ, ਪਰ ਉਹ ਸਾਨੂੰ ਬਹੁਤ ਕੁਝ ਸਿਖਾ ਗਏ ਕਿ ਜੇ ਆਪਾਂ ਸਰੀਰਕ ਪੱਖੋਂ ਤਕੜੇ ਹਾਂ ਤਾਂ ਆਪਾਂ ਕਦੇ ਵੀ ਕੋਈ ਵੀ ਲੜਾਈ ਹੈ ਜਿਹੜੀ ਉਹ ਲੜ ਸਕਦੇ ਹਾਂ। ਸੋ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਜ਼ਰੀਏ, ਮੈਂ ਤਸਵੀਰਾਂ ਦਿਖਾ ਦਿੰਦਾ ਬਾਹਰ ਦੀਆਂ ਤਸਵੀਰਾਂ ਇਸ ਬੱਸ ਦੇ ਵਿੱਚ, ਜਿਸ ਦੇ ਵਿੱਚ ਕਿਸਾਨ ਆਗੂ ਸਵਾਰ ਨੇ। 2 ਬੱਸਾਂ ਦੇ ਵਿੱਚ ਜਿਹੜੇ ਕਿਸਾਨ ਆਗੂ ਨੇ ਉਹ ਜਾ ਰਹੇ ਨੇ ਔਰ ਹੁਣ ਤੋਂ ਕੁਝ ਮਿੰਟਾਂ ਬਾਅਦ ਸ਼ਾਇਦ ਇਹ ਬੱਸ ਚੱਲ ਪਏਗੀ ਔਰ ਦਿੱਲੀ ਦੇ ਵਿਗਿਆਨ ਭਵਨ ਵਿੱਚ 2 ਵਜੇ ਮੀਟਿੰਗ ਹੋਏਗੀ। ਇੱਕ ਪਾਸੇ ਜਿੱਥੇ ਤੁਹਾਨੂੰ ਕਿਸਾਨ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਤੁਹਾਨੂੰ ਦਿਖਾ ਦਿੰਦੇ ਕਿ ਅੱਜ ਸਵੇਰੇ ਜਿਹੜੀ ਪੈਰਾਮਿਲਟਰੀ ਫੋਰਸ ਦੇ ਜਵਾਨਾਂ ਦੀ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਤੈਨਾਤੀ ਕੀਤੀ ਗਈ ਸੀਗੀ ਔਰ ਸਵੇਰੇ ਜਿਸ ਤਰ੍ਹਾਂ ਅਸੀਂ ਤਸਵੀਰਾਂ ਜ਼ਰੀਏ ਦਿਖਾ ਰਹੇ ਸੀ ਕਿ ਭਾਰੀ ਗਿਣਤੀ ਦੇ ਵਿੱਚ ਜਿਹੜੇ ਪੈਰਾਮਿਲਟਰੀ ਫੋਰਸ ਦੇ ਜਵਾਨ ਤੈਨਾਤ ਕੀਤੇ ਗਏ ਨੇ, ਕਿਉਂਕਿ ਕਿਤੇ ਨਾ ਕਿਤੇ 26 ਜਨਵਰੀ ਦਾ ਪ੍ਰੋਗਰਾਮ ਵੀ ਆਉਣ ਵਾਲਾ ਔਰ ਉਸ ਨੂੰ ਲੈ ਕੇ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ, ਕੋਈ ਸ਼ਰਾਰਤੀ ਅਨਸਰ ਕੋਈ ਗਲਤ ਹਰਕਤ ਨਾ ਕਰੇ, ਉਸ ਚੀਜ਼ ਨੂੰ ਰੋਕਣ ਦੇ ਲਈ ਸੁਰੱਖਿਆ ਦੇ ਜਿਹੜੇ ਪ੍ਰਬੰਧ ਨੇ ਉਹ ਵੀ ਕਰ ਦਿੱਤੇ ਗਏ ਨੇ ਔਰ ਵੱਡੀ ਗਿਣਤੀ ਦੇ ਵਿੱਚ ਪੈਰਾਮਿਲਟਰੀ ਦੇ ਜਿਹੜੇ ਜਵਾਨ ਨੇ ਉਹ ਤੈਨਾਤ ਕਰਕੇ ਦਿੱਤੇ ਗਏ ਨੇ। ਬੱਸ ਦੇ ਵਿੱਚ ਦੀ ਇਹ ਤਸਵੀਰਾਂ ਨੇ ਜਿਸ ਦੇ ਵਿੱਚ ਤੁਹਾਨੂੰ ਕਿਸਾਨ ਆਗੂ ਨਜ਼ਰ ਆ ਰਹੇ ਨੇ ਔਰ ਹੁਣ ਤੋਂ ਕੁਝ ਦੇਰ ਬਾਅਦ ਵਿਗਿਆਨ ਭਵਨ ਦੇ ਲਈ ਇਹ ਬੱਸ ਚੱਲੇਗੀ ਔਰ ਇੱਥੋਂ ਚੱਲ ਕੇ ਕਰੀਬ 1.5 ਤੋਂ 2 ਘੰਟੇ ਦਾ ਰਸਤਾ ਹੈ ਜੋ ਤੈਅ ਕਰਨਾ। ਹਰਮੀਤ ਸਿੰਘ ਕਾਦੀਆਂ ਜੀ ਮੇਰੇ ਨਾਲ ਨੇ। ਕਾਦੀਆਂ ਸਾਹਿਬ, ਅੱਜ ਦੀ ਮੀਟਿੰਗ ਨੂੰ ਇਸ ਕਰਕੇ ਵੀ ਬੇहद ਅਹਿਮ ਕਿਹਾ ਜਾ ਰਿਹਾ ਕਿਉਂਕਿ 26 ਜਨਵਰੀ ਤੋਂ ਕੁਝ ਦਿਨ ਪਹਿਲਾਂ ਹੀ ਮੀਟਿੰਗ ਹੋਣ ਜਾ ਰਹੀ ਹੈ। ਪਿਛਲੀ ਮੀਟਿੰਗ 'ਚ ਤੁਸੀਂ ਕਿਹਾ ਸੀ ਬੜੀ ਅਹਿਮ ਆ ਵੀ 26 ਜਨਵਰੀ ਤੋਂ ਪਹਿਲਾਂ ਕੀਤੀ ਜਾ ਰਹੀ ਹੈ, ਵੀ ਸਰਕਾਰ ਤਿਆਰ ਆ। ਅਸੀਂ ਤਾਂ ਪਹਿਲਾਂ ਹੀ ਤਿਆਰ ਆ ਜੀ। ਤੁਹਾਨੂੰ ਪਹਿਲੇ ਦਿਨ ਵੀ ਕਿਹਾ ਪੋਜ਼ਿਟਿਵ ਨੇਚਰ ਲੈ ਕੇ ਜਾਂਦੇ ਆ, ਲੋਕਾਂ ਦੇ ਆਵਾਜ਼ ਚੁੱਕ ਕੇ ਸਰਕਾਰ ਦੇ ਕੋਲ ਲੈ ਕੇ ਜਾਣਾ ਸਾਡਾ ਫਰਜ਼ ਹੈ। ਅਸੀਂ ਉਹਨਾਂ ਦੇ ਆਗੂ ਬਣ ਕੇ ਆਏ ਆ ਤਾਂ ਉਹਨਾਂ ਦੀ ਅੱਗੇ ਪੈਰਵਾਈ ਕਰ ਰਹੇ ਆ ਤੇ ਸਰਕਾਰ ਨੂੰ ਚਾਹੀਦਾ ਵੀ ਹੁਣ ਤੁਸੀਂ ਕਿੱਥੇ ਤੱਕ ਲੈ ਕੇ ਜਾਣਾ।
120 ਤੋਂ ਉੱਪਰ ਸਾਡੀਆਂ ਸ਼ਹਾਦਤਾਂ ਹੋ ਚੁੱਕੀਆਂ ਨੇ ਮੌਸਮ ਦੀ ਮਾਰ ਨਾਲ ਵੀ, ਕੁਝ ਐਕਸੀਡੈਂਟ ਦੇ ਨਾਲ। ਉਧਰ ਕੋਈ ਉਹਨਾਂ ਦਾ ਬਿਆਨਬਾਜ਼ੀ ਨਹੀਂ ਤੇ ਅੰਦੋਲਨ ਬਸ ਖਤਮ ਕਰ ਦਿਓ, ਅਸੀਂ ਕੁਝ ਨਹੀਂ ਤੁਹਾਨੂੰ ਦੇਣਾ। ਕਿਸਾਨ ਮੰਨ ਨਹੀਂ ਰਹੇ, ਕਿਸਾਨ ਜਿੱਦ ਤੇ ਅੜੇ ਹੋਏ ਨੇ। ਕਦੀ ਤੁਸੀਂ ਇਹ ਨਹੀਂ ਪੁੱਛਿਆ ਸਰਕਾਰ ਜਿੱਦ ਤੇ ਅੜੀ ਹੋਈ ਹੈ, ਉਹ ਪੁੱਛੋ ਜਾ ਕੇ। ਅਸੀਂ ਤਾਂ ਸਰ ਇਹ ਗੱਲ ਕਦੇ ਨਹੀਂ ਕੀ ਕਿ ਕਿਸਾਨ ਜਿੱਦ ਤੇ ਅੜੇ ਹੋਏ। ਇਸ ਤੇ ਇਹ ਕਹਿ ਰਿਹਾ ਕਿ ਕਿਸਾਨ ਮੰਗਾਂ ਮਨਵਾ ਰਹੇ ਨੇ, ਕਿਸਾਨ ਇਹ ਚੀਜ਼ ਦੀ ਮੰਗ ਕਰ ਰਹੇ ਨੇ, ਦੂਜੇ ਪਾਸੇ ਸਰਕਾਰ ਇਹ ਚੀਜ਼ਾਂ ਮੰਨਣ ਲਈ ਤਿਆਰ ਆ, ਚੀਜ਼ਾਂ ਮੰਨਣ ਲਈ ਨਹੀਂ ਤਿਆਰ। ਅਸੀਂ ਕਦੇ ਇਹ ਨਹੀਂ ਕਿਹਾ ਕਿ ਕਿਸਾਨ ਜਿੱਦ ਤੇ ਅੜੇ ਹੋਏ ਨੇ, ਅਸੀਂ ਕਹਿ ਰਹੇ ਹਾਂ ਕਿ ਕਿਸਾਨ ਆਪਣੀਆਂ ਮੰਗਾਂ ਮਨਵਾਉਣ ਲਈ ਧਰਨੇ ਲਗਾਤਾਰ ਜਾਰੀ ਕਰਨੇ। ਅੜੇ ਸ਼ਬਦ ਅਸੀਂ ਕਦੇ ਨਹੀਂ ਵਰਤਿਆ। ਤੁਸੀਂ ਸ਼ਬਦ ਨਹੀਂ ਵਰਤੇ, ਸ਼ਬਦ ਸਾਡੇ ਤੋਂ ਵੱਧ ਜਾਣਦੇ ਹੋ। 36 ਦਾ ਪਹਾੜਾ ਤੁਸੀਂ ਵੱਧ ਪੜ੍ਹਿਆ ਹੋਣਾ, ਪਰ ਜਾਂਦਾ ਹਮੇਸ਼ਾ ਇਹੀ ਆ ਵੀ ਇਹ ਕਿਉਂ ਮਤਲਬ ਕਰ ਰਹੇ ਆ, ਕਿਉਂ ਰਿਪੀਲ ਦੀ ਗੱਲ ਕਰ ਰਹੇ ਆ, ਕਿਉਂ MSP ਨੂੰ ਕਾਨੂੰਨ ਦਾ ਦਰਜਾ ਦਿਵਾਉਣਾ ਚਾਹੁੰਦੇ ਨੇ। ਇਹ ਤੇ ਹੀ ਗੱਲ ਬਹਿਸ ਚੱਲ ਰਹੀ ਹੈ ਨਾ ਜੀ। ਜੇ ਰਿਪੀਲ ਦੀ ਇੱਕ ਵਾਰੀ ਗੱਲ ਕਰ ਲਈ, 4 ਤਰੀਕ ਦੀ ਮੀਟਿੰਗ ਜਿਹੜੀ ਅਹਿਮ ਮੈਂ ਮੰਨਦਾ ਵੀ ਸੀਗੀ, ਜਦੋਂ ਅਸੀਂ ਸਾਰੀ ਡਿਸਕਸ਼ਨ ਕਰਕੇ, ਸਾਰੀ ਨੈਗੋਸ਼ੀਏਸ਼ਨ ਕਰਕੇ ਉਸ ਤੋਂ ਬਾਅਦ ਕਲੀਅਰ ਕਰਤਾ ਵੀ ਸਾਡੀਆਂ ਜਥੇਬੰਦੀਆਂ ਵੱਲੋਂ 40 ਨਹੀਂ, ਇੱਕ ਨਹੀਂ ਸਪੋਕਸਮੈਨ 40 ਵੱਲੋਂ ਨਹੀਂ, 450 ਜਥੇਬੰਦੀਆਂ ਵੱਲੋਂ ਕਲੀਅਰ ਫੈਸਲਾ ਵੀ ਵਿਦਆਊਟ ਰਿਪੀਲ ਕੋਈ ਸਾਡਾ ਇਹਦੇ ਤੋਂ ਪਿੱਛੇ ਹਟਣ ਦਾ ਇਰਾਦਾ ਨਹੀਂ ਹੈ ਤੇ ਪੱਕੇ ਤੌਰ ਤੇ ਰਿਪੀਲ ਤੌਰ ਤੇ ਆਈ ਹੈ। ਤਾਂ ਹੀ ਇਹ ਅੰਦੋਲਨ ਐਡਾ ਵੱਡੇ ਤੌਰ ਤੇ ਹੋਇਆ। ਇੱਕ ਕਿਸਾਨ ਆਪਣੇ ਮੂਵਮੈਂਟ ਲੈ ਕੇ ਆਇਆ। ਸਰਕਾਰ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕਰ ਰਹੀ, ਉਹਦੇ ਵਿੱਚ ਹੁਣ ਆਪਣੇ ਬੜੇ ਸਵਾਲ ਨੇ ਵੀ ਕੀ ਪਤਾ। ਪੋਲੀਟੀਕਲ ਗੱਲ ਨਹੀਂ ਲੱਗ ਰਹੀ ਮੈਨੂੰ, ਪੋਲੀਟਿਕਸ ਤੋਂ ਉੱਪਰ ਲੱਗ ਰਹੀ ਹੈ ਵੀ ਜਿਵੇਂ ਵੱਡੇ ਕਿਤੇ ਵਰਲਡ ਲੈਵਲ ਕਾਰਪੋਰੇਟ ਘਰਾਣਿਆਂ ਦਾ ਹੀ ਕੋਈ ਇਹੋ ਜਿਹਾ ਦਬਾਅ ਲੱਗ ਰਿਹਾ ਜਿੱਥੇ ਟਸ ਤੋਂ ਮਸ ਨਹੀਂ ਹੋ ਰਹੀ ਸਰਕਾਰ। ਨਹੀਂ ਤਾਂ ਆਪ ਦੇ ਲੋਕਾਂ ਲਈ ਕੋਈ ਸਰਕਾਰ ਡੈਮੋਕ੍ਰੇਸੀ ਦੇ ਵਿੱਚ ਇੰਨਾ ਧੱਕਾ ਨਹੀਂ ਕਰਦੀ ਵੀ 60 ਦਿਨ ਦੇ ਨੇੜੇ ਹੋ ਚੱਲੇ। ਅਸੀਂ ਹੁਣ 26 ਨੂੰ ਅਸੀਂ ਆ ਕੇ 60 ਦਿਨ ਹੋਏ ਜਾਣੇ ਆ ਪੂਰੇ, ਤੇ 56 ਦਿਨ ਇੱਥੇ ਹੋ ਗਏ, 60 ਦਿਨ ਪਿੱਛੇ ਲਾ ਲਿਆ ਤੇ ਜਾ ਕੇ ਸਰਕਾਰ ਗੱਲ ਤੇ ਨਹੀਂ ਆ ਰਹੀ। ਕੋਈ ਗੱਲ ਦਾ ਨਤੀਜਾ ਨਹੀਂ ਕਿ ਬੇਸਿੱਟਾ ਮੀਟਿੰਗਾਂ ਰਹਿ ਰਹੀਆਂ ਨੇ, ਨੈਸ਼ਨਲ ਲੈਵਲ ਮੀਟਿੰਗ ਹੋ ਰਹੀ ਹੈ ਤੇ ਉਹਨੂੰ ਬੇਸਿੱਟਾ ਰਹਿਣ ਦਾ ਮਤਲਬ ਕੀ ਹੈ? ਕਾਦੀਆਂ ਸਾਹਿਬ, ਅੱਜ ਤੋਂ ਪਹਿਲਾਂ ਸ਼ਾਇਦ ਹੀ ਕਿਸੇ ਮੁੱਦੇ ਨੂੰ ਲੈ ਕੇ ਇੰਨੀਆਂ ਮੀਟਿੰਗਾਂ ਹੋਈਆਂ ਹੋਣ ਜਿਹੜੀ ਕਿਸਾਨੀ ਦੇ ਮੁੱਦੇ ਨੂੰ ਲੈ ਕੇ ਜੋ ਸਾਡੇ ਦੌਰ ਦੇ ਵਿੱਚ ਹੋ ਰਹੀਆਂ ਕਿ ਅੱਜ ਅਸੀਂ 10ਵੀਂ ਮੀਟਿੰਗ ਕਰਨ ਜਾ ਰਹੇ ਹਾਂ ਔਰ ਰਸਮੀ ਤੌਰ ਤੇ 10ਵੀਂ ਮੀਟਿੰਗ ਹੈ। ਵੈਸੇ ਜੇਕਰ ਅਸੀਂ ਇੱਕ ਗੈਰ ਰਸਮੀ ਮੁਲਾਕਾਤ ਜੋ ਅਮਿਤ ਸ਼ਾਹ ਨਾਲ ਹੋਈ ਸੀ ਉਹਨੂੰ ਗਿਣ ਲਈਏ ਤਾਂ ਅੱਜ ਦੀ ਮੁਲਾਕਾਤ 11ਵੀਂ ਮੁਲਾਕਾਤ ਹੋਣ ਜਾ ਰਹੀ ਹੈ। ਇੱਕ ਵਾਰੀ ਤੁਸੀਂ ਵੀ ਆਪਣੇ ਵੱਲੋਂ ਕਲੀਅਰ ਕਰ ਦਿਓ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਇਹ ਭੁਲੇਖਾ ਹੋਏਗਾ ਵੀ ਜੀ ਸਰਕਾਰ ਕਹਿ ਰਹੀ ਹੈ ਸੋਧਾਂ ਕਰ ਦਿੰਦੇ ਆ, ਸਰਕਾਰ ਕਹਿ ਰਹੀ ਹੈ ਕਿ ਜੀ ਜੋ ਸੋਧ ਕਰਾਉਣੀ ਉਹ ਕਰਵਾ ਦਿੰਦੇ ਆ, ਪਰ ਕਿਸਾਨ ਇਸ ਗੱਲ ਨੂੰ ਲੈ ਕੇ ਕਿਉਂ ਅੜੇ ਨੇ ਕਿ ਰਿਪੀਲ ਹੀ ਕਰਾਉਣਾ। ਇੱਕ ਵਾਰੀ ਤੁਸੀਂ ਆਪਣੇ ਲੈਵਲ ਤੇ ਜ਼ਰੂਰ ਲੋਕਾਂ ਨੂੰ ਇਹ ਗੱਲ ਦੱਸ ਦਿਓ ਕਿ ਕੀ ਕਾਰਨ ਹੈ ਜਿਹਦੇ ਕਰਕੇ ਕਿਸਾਨ ਚਾਹੁੰਦੇ ਨੇ ਕਿ ਬਿੱਲਾਂ ਨੂੰ ਰੱਦ ਹੀ ਕੀਤਾ ਜਾਵੇ, ਸੋਧਾਂ ਤੇ ਨਹੀਂ ਮੰਨਿਆ ਜਾ ਸਕਦਾ। ਦੇਖੋ, ਜਿਹੜੇ 2 ਬਿੱਲ ਨੇ, ਕੰਟਰੈਕਟ ਫਾਰਮਿੰਗ ਤੇ ਇਹ ਡਾਇਰੈਕਟ ਮੰਡੀ, ਇਹ ਸਟੇਟ ਮੈਟਰ ਆ, ਸਟੇਟਸ ਨੇ ਬਣਾਉਣਾ ਚਾਹੀਦੇ ਆ। ਫੰਡਾਮੈਂਟਲ ਰਾਈਟਸ ਦੇ ਵਿੱਚ ਕੰਟਰੀਟ ਲਿਸਟ 'ਚ ਸਟੇਟ ਲਿਸਟ 'ਚ ਲਿਖਿਆ ਹੋਇਆ। ਇਸ ਕਰਕੇ ਸਟੇਟ ਲਿਸਟ ਦੇ ਤੌਰ ਤੇ ਉਹਨਾਂ ਨੂੰ ਸਟੇਟਸ ਨੂੰ ਬਣਾਉਣਾ ਚਾਹੀਦਾ। ਜਦੋਂ ਸੰਵਿਧਾਨ ਲਿਖਿਆ ਗਿਆ ਉਦੋਂ ਬਹੁਤ ਪੜਤਾਲ ਕਰਨ ਤੋਂ ਬਾਅਦ ਲਿਖਿਆ ਗਿਆ ਹੋਣਾ ਨਾ ਵੀ ਸਟੇਟਸ ਨੂੰ ਅਧਿਕਾਰ ਦਿੱਤਾ ਜਾਵੇ, ਕਿਉਂਕਿ ਜਿਓਗ੍ਰਾਫੀਕਲੀ ਅਲੱਗ-ਅਲੱਗ ਆ ਸਟੇਟਸ। ਜਿਓਗ੍ਰਾਫੀਕਲੀ ਅਲੱਗ-ਅਲੱਗ ਹੋਣ ਖਾਤਰ ਉਹ ਆਪਣੇ ਸਟੇਟਸ ਆਪਣੀਆਂ ਐਗਰੀਕਲਚਰ ਦੀਆਂ ਕੀ ਉੱਥੋਂ ਤਿਆਰ ਹੋਊਗਾ, ਕੀ ਇਹ ਵਿਕੂਗਾ, ਉਹ ਮਾਰਕੀਟਿੰਗ ਤੇ ਐਗਰੀਕਲਚਰ ਇਹ ਉਹਨਾਂ ਦਾ ਹੈਗਾ। ਟ੍ਰੇਡ ਸਬਜੈਕਟ ਸੈਂਟਰ ਕੋਲ ਆ, ਉਦੋਂ ਬਾਅਦ ਟ੍ਰੇਡ ਕਰਨਾ, ਜਿੱਥੇ ਲੈ ਕੇ ਜਾਣਾ, ਕਿਵੇਂ ਵੇਚਣਾ, ਉਹ ਸੈਂਟਰ ਨੇ ਦੇਖਣਾ। ਸਟੇਟ ਦੇ ਅਧਿਕਾਰ ਸਟੇਟ ਕੋਲ ਰਹਿਣ ਦਿਓ। ਹਰ ਸਟੇਟ ਦਾ ਅਲੱਗ-ਅਲੱਗ ਜਿਓਗ੍ਰਾਫੀਕਲ ਪਾਰਟਸ ਨਾ, ਤੇ ਉਹ ਇੰਨਾ ਡਿਪੈਂਡੇਬਲ ਨੇ ਉਹ ਲਾਅ ਦੇ ਉੱਤੇ ਵੀ ਉਹ ਆਪਣੇ ਅਸੈਂਬਲੀ ਬਣਦੀ ਹੈ। ਫਿਰ ਅਸੈਂਬਲੀ ਦਾ ਇੰਪੋਰਟੈਂਸ ਕੀ ਰਹਿ ਜਾਊਗੀ? ਇੱਕ ਤੁਸੀਂ ਚੀਫ ਮਿਨਿਸਟਰ ਨੂੰ ਕਲਰਕ ਬਣਾਉਣਾ ਚਾਹੁੰਦੇ ਹੋ, ਐਜੂਕੇਸ਼ਨ ਪਹਿਲਾਂ ਲੈ ਲਈ, ਮੈਡੀਕਲ ਫੈਸਿਲਿਟੀਜ਼ ਪਹਿਲਾਂ ਲੈ ਲਈਆਂ, ਸਾਰੇ ਪ੍ਰਾਈਵੇਟਾਈਜੇਸ਼ਨ ਕਰੀ ਜਾ ਰਹੇ ਹੋ ਤੁਸੀਂ। ਉਹ ਇੱਕ ਚੀਜ਼ ਜਿਹੜੀ ਸਟੇਟ ਗੌਰਮੈਂਟ ਕੋਲ ਹੈਗੀ ਆ ਉਹਨੂੰ ਸੰਭਾਲ ਲੈਣ ਦਿਓ, ਕਿਉਂਕਿ ਐਗਰੀਕਲਚਰ 65% ਤੋਂ ਉੱਪਰ ਡਿਪੈਂਡੇਬਲ ਆ। ਜਿਹੜੇ ਡਾਇਰੈਕਟਲੀ ਡਿਪੈਂਡ ਨੇ 65% ਕਿਸਾਨ ਨੇ, 10-15% ਡਾਇਰੈਕਟਲੀ ਇਨਵੋਲਵਡ ਇੰਡਸਟਰੀ ਆ ਜਿਹੜੀ ਰॉ ਮਟੀਰੀਅਲ ਆ ਜਿਹੜਾ ਇਹ ਖਾਣਾ ਤੇ ਸਪਲਾਈ ਦਾ ਰਹਿਣਾ। ਇਸ ਕਰਕੇ ਉਹਨੂੰ ਮਤਲਬ ਤੁਸੀਂ ਲੈ ਕੇ ਜਾਣਾ, ਉਹਦੇ 'ਚ ਦਖਲ ਦੇਣਾ, ਇਹ ਵੱਡੀ ਗੱਲ ਹੈ। ਇਹ ਮੈਂ ਤੁਹਾਨੂੰ ਥੋੜ੍ਹੇ ਜਿਹੇ ਵਰਡ ਤਾਂ ਦੱਸੀ ਹੈ ਵੀ ਇਹ ਨਹੀਂ ਦੇਣਾ ਚਾਹੁੰਦੇ ਵੀ ਸਟੇਟਸ, ਹਰ ਸਟੇਟਸ, ਮੈਂ ਕਹਿੰਦਾ ਸਿੱਕਮ ਆਪਣਾ ਲੱਭੇ, ਕੇਰਲਾ ਆਪਣਾ ਲੱਭੇ, ਕਰਨਾਟਕਾ ਆਪਣਾ ਲੱਗੇ, ਰਾਜਸਥਾਨ ਦੀ ਅਲੱਗ ਕੰਡੀਸ਼ਨ ਆ, ਮਹਾਰਾਸ਼ਟਰ ਦੀ ਅਲੱਗ ਕੰਡੀਸ਼ਨ ਆ, ਯੂਪੀ ਦੀ ਅਲੱਗ ਕੰਡੀਸ਼ਨ ਆ। ਚਲੋ ਹਰਿਆਣਾ ਪੰਜਾਬ ਨੂੰ ਆਪਾਂ ਇੱਕ ਲਾ ਲੈਂਦੇ ਆ ਵੀ ਨਾਰਥ ਇੱਧਰ ਇੱਕ ਤਰ੍ਹਾਂ ਦਾ। ਯੂਪੀ ਦੀ ਆਪਣੇ ਬਹੁਤ ਵੱਡਾ ਵਾਸਟ ਏਰੀਆ ਵਾ, ਕਈ ਫਸਲਾਂ ਉੱਤੇ ਲੱਗਦੀਆਂ, ਕਿਵੇਂ ਕਿਹੜੇ ਏਰੀਏ 'ਚ ਕਿਹੜੀ ਚੀਜ਼ ਲਾਉਣੀ ਹੈ, ਕਿਹੜੀ ਕੱਢਣੀ ਹੈ, ਤਾਂ ਉਹ ਸਟੇਟ ਅਫੇਅਰ ਰਹਿਣ ਦਿਓ।
ਉਹਨਾਂ ਨੂੰ ਐਗਰੀਕਲਚਰ ਤੇ ਮਾਰਕੀਟਿੰਗ ਇਹ ਜਿੱਦਾਂ ਕੋਈ ਇਹਦੀ ਇੱਕ ਤਰ੍ਹਾਂ ਦੀ ਗੱਲਬਾਤ ਜਿਹੜੀ ਤੁਸੀਂ ਚੀਜ਼ ਦਾ ਜ਼ਿਕਰ ਕਰ ਰਹੇ ਹੋ ਕਿ ਜਿਹੜਾ 2 ਕਾਨੂੰਨ ਪਾਸ ਕੀਤੇ ਨੇ ਉਹ ਸਟੇਟ ਦੇ ਸਬਜੈਕਟ ਨੇ ਪਰ ਸੈਂਟਰ ਨੇ ਕਾਨੂੰਨ ਬਣਾਤੇ। ਕਿਤੇ ਨਾ ਕਿਤੇ ਇੱਕ ਗੱਲ ਆ ਰਹੀ ਸੀ ਅੰਦਰੋਂ ਕਿ ਜਿਹੜੀ ਅਧਿਕਾਰ ਨੇ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਦਾ ਉਹ ਆਪਾਂ ਸੈਂਟਰ ਦੀ ਬਜਾਏ ਸਟੇਟ ਤੇ ਛੱਡ ਦਿੰਦੇ ਆ। ਜੇਕਰ ਕੁਝ ਐਦਾਂ ਦਾ ਪ੍ਰਪੋਜ਼ਲ ਆਉਂਦਾ ਹੈਗਾ ਕਿ ਜਿਹੜੇ ਇਹ ਕਾਨੂੰਨ ਨੇ ਇਹਨਾਂ ਦਾ ਜਿਹੜਾ ਲਾਗੂ ਕਰਨਾ ਜਾਂ ਨਹੀਂ ਕਰਨਾ, ਇਸ ਦਾ ਪ੍ਰਪੋਜ਼ਲ ਆਪਾਂ ਸਟੇਟ ਤੇ ਛੱਡ ਦਿੰਦੇ ਕਿ ਸਟੇਟ ਡਿਸਾਈਡ ਕਰੇਗਾ ਕਿ ਇਹ ਕਾਨੂੰਨ ਅਸੀਂ ਲਾਗੂ ਕਰ ਰਹੇ ਨਹੀਂ ਕਰ ਰਹੇ, ਤਾਂ ਕਿਸਾਨ ਜਥੇਬੰਦੀਆਂ ਦਾ ਕੀ ਰੁਖ ਰਹਿਣ ਵਾਲਾ? ਮੈਂ ਪਰਸਨਲੀ ਤੌਰ ਤੇ ਨਹੀਂ, ਮੈਂ ਇੱਕ ਸੰਯੁਕਤ ਦੇ ਤੌਰ ਤੇ ਕੀ ਹੋ ਸਕਦਾ ਔਰ ਪਰਸਨਲ ਤੌਰ ਤੇ ਤੁਹਾਡਾ ਕੀ ਵਿਚਾਰ ਹੈ? ਪਰਸਨਲ ਵੀ ਸੰਯੁਕਤ ਵੀ ਹੁਣ ਤਾਂ ਅਸੀਂ ਇੰਨੇ ਕੋਲ ਮਿਲ ਗਏ ਆ ਵੀ ਸੰਯੁਕਤ ਤੇ ਪਰਸਨਲ ਇਕੱਠੇ ਰਲ ਚੁੱਕੇ ਆ। ਬਿਆਨ ਉਸ ਤੋਂ ਬਾਹਰ ਨਹੀਂ ਜਾ ਰਹੇ। ਜਿਹੜੀ ਆਈਡੀਓਲੋਜੀ ਅਸੀਂ ਤਿਆਰ ਕਰ ਰਹੇ ਆ ਉਹਦੇ ਵਿੱਚ ਹੀ ਰਹਿੰਦੇ ਆ। ਪਰਸਨਲ ਉਹਦੇ 'ਚ ਕੋਈ ਮੈਟਰ ਨਹੀਂ ਕਰਦਾ। ਹੁਣ ਪਹਿਲੀ ਗੱਲ ਇਹ ਆ ਵੀ ਸਟੇਟ ਸੈਂਟਰ ਬਣਾ ਕੇ ਦੱਸੂਗੀ ਕਾਨੂੰਨ ਵੀ ਆਹ ਕਰ, ਆਹ ਚੱਕ, ਇਹ ਲਾਗੂ ਕਰ। ਲਾਗੂ ਕਰਨਾ ਜਾਂ ਨਾ ਕਰਨਾ ਤੇਰੀ ਮਰਜ਼ੀ ਆ। ਇਹੀ ਕਹਿ ਰਹੇ ਹੋ ਸਟੇਟ ਦਾ। ਕਿਉਂ? ਸਟੇਟ ਆਪਣੀ ਜੀਓਗ੍ਰਾਫੀਕਲ ਕੰਡੀਸ਼ਨ ਦੇਖ ਕੇ ਆਪ ਕਾਨੂੰਨ ਬਣਾਊਗਾ, ਉਹੀ ਲਾਗੂ ਕਰੂਗਾ ਉੱਥੇ। ਆਹੀ ਕਹਿ ਰਹੇ ਇੱਕ ਸਿੰਪਲ ਭਾਸ਼ਾ 'ਚ। ਸਟੇਟ ਵੱਲੋਂ ਬਣਾਏ ਹੋਏ, ਸੈਂਟਰਲ ਵੱਲੋਂ ਬਣਾਏ ਹੋਏ ਕਾਨੂੰਨ ਸਾਨੂੰ ਨਾ ਮਨਜ਼ੂਰ ਨੇ। ਰਿਪੀਲ ਤਾਂ ਕਰਾਉਣਾ ਚਾਹੁੰਦੇ ਆ ਸਟੇਟ ਬਣਾਵੇ, ਸਟੇਟ ਹੀ ਆਪਣਾ ਲਾਗੂ ਕਰੇ ਆਪਣੇ ਹਿਸਾਬ ਨਾਲ ਨਵੇਂ ਬਣਾ ਕੇ। ਇਹ ਇਹਨਾਂ ਦੇ ਬਣਾਏ ਹੋਏ ਨਕਸ਼ਿਆਂ 'ਚ ਸਟੇਟ ਨੇ ਨਹੀਂ ਚੱਲਣਾ, ਕਿਉਂਕਿ ਇਹਨਾਂ ਨੇ ਇੱਕ ਫਾਰਮ ਬਣਾਤਾ, ਯੂਨੀਫਾਰਮ ਬਣ ਗਈ ਸਮਝ ਲਓ। ਪੂਰੇ ਇੰਡੀਆ 'ਚ ਲਾਗੂ ਕਰਨਾ ਚਾਹੁੰਦੇ ਹੋ, ਕਿਵੇਂ ਲਾਗੂ ਹੋ ਸਕਦੀ ਆ? ਸਾਰੇ ਇੰਡੀਆ 'ਚ ਫਿਰ ਇੱਕ ਫਸਲ ਲਗਾ ਕੇ ਦਿਖਾ ਦੇਣ। ਚਲੋ ਤੁਹਾਡੀ ਗੱਲ ਮੈਂ ਮੰਨ ਲੈਂਦਾ, ਆਪਾਂ ਸੈਂਟਰ ਦੀ ਗੱਲ ਮੰਨਦੇ ਨੇ, ਕਾਨੂੰਨ ਬਣਾਇਆ ਸਾਰੀ ਕੰਟਰੀ ਲਈ ਬਣਾ ਲਿਆ ਨਾ। ਫਿਰ ਸੇਬ ਦਾ ਬਾਗ ਲਾਉਣ ਕੇਰਲਾ ਦੇ ਵਿੱਚ, ਮਸਾਲੇ ਕਰਨ ਉੱਪਰ ਤਿਆਰ ਕਰ ਲੈਣ। ਫਿਰ ਚਾਹ ਪੱਤੀ ਲਾਉਣ ਇੱਥੇ ਪੰਜਾਬ 'ਚ ਆ ਕੇ ਲਾ ਲੈਂਦੇ ਆ। ਫਿਰ ਉਹ ਜੇ ਉਹ ਨਹੀਂ ਫਸਲ ਲੱਗਦੀ ਹੈ, ਸਮਝ ਨਹੀਂ ਆ ਰਹੀ ਇਹਨਾਂ ਨੂੰ। ਨਿੱਕੀ ਜੀ ਗੱਲ, ਫਸਲਾਂ ਸਟੇਟ ਦੀਆਂ ਅਲੱਗ ਜਿਓਗ੍ਰਾਫੀਕਲ ਜਗ੍ਹਾ ਨੇ, ਅਲੱਗ-ਅਲੱਗ ਜਗ੍ਹਾ 'ਤੇ ਅਲੱਗ-ਅਲੱਗ ਚੀਜ਼ ਉਗਣੀ ਆ, ਤੇ ਫਿਰ ਕਾਨੂੰਨ ਵੀ ਉਹਦੇ ਅਲੱਗ-ਅਲੱਗ ਹੀ ਬਣਨਗੇ ਨਾ। ਸਟੇਟ ਹੀ ਦੇਖੂਗੀ ਨਾ ਆਪਦਾ ਕਾਨੂੰਨ। ਇਸ ਕਰਕੇ ਇਹਨਾਂ ਦਾ ਬਣਾਇਆ ਹੋਇਆ ਕਾਨੂੰਨ ਅਲੱਗ-ਅਲੱਗ ਸਟੇਟ 'ਚ ਨਹੀਂ ਚੱਲ ਸਕਦਾ। ਕਿਸੇ ਸਟੇਟ 'ਚ ਇਹਨਾਂ ਦਾ ਕਾਨੂੰਨ ਫਿੱਟ ਹੋ ਸਕਦਾ, ਕਿਸੇ ਸਟੇਟ 'ਚ ਨਹੀਂ ਫਿੱਟ ਹੋ ਸਕਦਾ। ਮੈਂ ਇਹ ਨਹੀਂ ਕਹਿਣਾ ਚਾਹੁੰਦਾ, ਪਰ ਚੱਲ ਨਹੀਂ ਸਕਦਾ। ਜਿਓਗ੍ਰਾਫੀਕਲ ਅਲੱਗ-ਅਲੱਗ ਫਸਲਾਂ ਅਲੱਗ-ਅਲੱਗ ਨੇ। ਐਗਰੀਕਲਚਰ ਸਟੇਟ ਮੈਟਰ ਲਿਖਿਆ ਸੀ, ਕਿਸੇ ਗੱਲ ਖਾਤਰ ਲਿਖਿਆ ਸੀ, ਚੰਗੇ ਬੰਦੇ ਨੇ ਲਿਖਿਆ ਸੀ। ਅਸੀਂ ਸਲਾਮ ਕਰਦੇ ਆ ਉਹਨਾਂ ਨੂੰ ਵੀ ਉਹਨਾਂ ਨੇ ਸਾਨੂੰ ਇਹ ਹੱਕ ਦਿੱਤਾ ਸੀ, ਤੇ ਅੱਜ ਉਹ ਹੱਕ ਵਾਸਤੇ ਅਸੀਂ ਲੜ ਰਹੇ ਹਾਂ। ਐਡੀ ਲੰਬਾ ਜਿਹੜਾ ਸੰਘਰਸ਼ ਉਹ ਤਾਂ ਆ ਵੀ ਸਟੇਟ ਮੈਟਰ ਰਹਿਣ ਦਿਓ ਇਹਨੂੰ। ਆਹੀ ਗੱਲ ਕਹਿ ਰਹੇ ਹਾਂ, ਜਿੱਦ ਨਾ ਕਰਨ। ਇੱਕ ਭਾਸ਼ਾ, ਉਹ ਗੱਲਾਂ ਮੈਂ ਕਹਿਣਾ ਨਹੀਂ ਚਾਹੁੰਦਾ, ਸਾਡਾ ਮੈਟਰ ਨਹੀਂ ਉਹ। ਇੱਕ ਭਾਸ਼ਾ ਇੱਕ ਦੇਸ਼ ਜਾਂ ਕੁਝ ਵੀ, ਉਹ ਚੀਜ਼ਾਂ ਲਾਗੂ ਨਹੀਂ ਹੋ ਸਕਦੀਆਂ। ਵਿਭਿੰਨਤਾ 'ਚ ਭਿੰਨਤਾ, ਇਹ ਆਪਣੀ ਖੂਬੀ ਆ ਇੰਡੀਆ ਦੀ। ਚੰਗੀ ਚੀਜ਼ ਆ, ਲੋਕੀ ਪਸੰਦ ਕਰਦੇ ਆ। ਇੱਕ ਦੂਜੇ ਦੀ ਭਾਸ਼ਾ ਦੀ ਰਿਸਪੈਕਟ ਕਰਦੇ ਆ ਅਸੀਂ, ਤਾਂ ਇੱਕ ਦੂਜੇ ਦੀ ਫਸਲ ਦੀ ਵੀ ਰਿਸਪੈਕਟ ਕਰਦੇ ਆ। ਸਾਨੂੰ ਪਤਾ ਵੀ ਆ ਜੇ ਪਿਆਜ਼ ਆਇਆ ਤਾਂ ਨਾਗਪੁਰ ਤੋਂ ਆਇਆ, ਪਤਾ ਨਾ। ਜੇ ਆਲੂ ਆਇਆ ਤਾਂ ਹਰ ਏਰੀਆ ਦੀ ਆਪਦੀ ਖੂਬਸੂਰਤੀ ਹੈ, ਹਰ ਏਰੀਆ ਦੀ ਫਸਲ ਦੀ ਆਪਦੀ ਖੂਬਸੂਰਤੀ ਹੈ। ਆਪਾਂ ਕਹਿੰਦੇ ਅਸਾਮ ਕੀ ਚਾਏ ਕਿਉਂ ਕਹਿੰਦੇ ਆ, ਫਿਰ ਪੰਜਾਬ ਕੀ ਚਾਏ ਕਿਉਂ ਨਹੀਂ ਕਹਿੰਦੇ? ਪੀਂਦੇ ਤਾਂ ਪੰਜਾਬ ਵਾਲੇ ਵੱਧ ਨੇ। ਨਾਗਪੁਰ ਦਾ ਸੰਤਰਾ ਵੀ ਕਹਿੰਦੇ ਆ। ਨਾਗਪੁਰ ਦਾ ਸੰਤਰਾ। ਫਿਰ ਉਹ ਚੀਜ਼ਾਂ, ਕਾਨੂੰਨ ਵੀ ਉੱਥੇ ਬਣਨੇ ਚਾਹੀਦੇ ਨੇ। ਬਸ ਇੰਨੀ ਗੱਲ ਆ। ਜੇ ਆਪਾਂ ਆਮ ਬੰਦੇ ਨੂੰ, ਜੇ ਸਰਕਾਰ ਨੂੰ ਵੀ ਸਮਝਾਉਣਾ ਹੋਵੇ ਵੀ ਉਹ ਸਟੇਟ ਸਬਜੈਕਟ ਤਾਂ ਹੀ ਬਣਿਆ ਸੀ ਵੀ ਉਸ ਜਗ੍ਹਾ ਦਾ ਉਹ ਦੱਸਣਗੇ ਵੀ ਕੀ ਉਗਣਾ ਤੇ ਕੀ ਉੱਥੇ ਹੁਣ ਉਹਦੀ ਮਾਰਕੀਟਿੰਗ ਕਿਵੇਂ ਹੋਊਗੀ। ਛੋਟੀ ਛੋਟੀ ਸਟੇਟਸ ਨੂੰ ਇੰਨਾ ਹੱਕ ਰਹਿਣ ਦਿਓ, ਇੰਨਾ ਧੱਕਾ ਨਾ ਕਰੋ। ਟ੍ਰੇਡ ਕਰ ਲਓ, ਟ੍ਰੇਡ ਤੁਹਾਡੇ ਕੋਲ ਆ। ਹਾਂ, ਸੰਤਰਾ ਪੈਦਾ ਹੋ ਗਿਆ, ਉਸ ਤੋਂ ਬਾਅਦ ਤੁਸੀਂ ਕਰੋ, ਵੈਲਿਊ ਐਡਡ ਹੋ ਗਈ, ਆਟਾ ਬਣ ਗਿਆ, ਬਿਸਕੁਟ ਬਣ ਗਏ। ਹਾਂ, ਉਸ ਤੋਂ ਬਾਅਦ ਤੁਹਾਡਾ ਕਾਨੂੰਨ ਚੱਲੂਗਾ ਜੋ ਲਿਖਿਆ ਹੋਇਆ ਕਾਨੂੰਨ 'ਚ। ਆਪਾਂ ਮੰਨਦੇ ਹਾਂ, ਅਸੀਂ ਕਾਨੂੰਨ ਮੰਨਣ ਵਾਲੇ ਬੰਦੇ ਆ, ਸ਼ਾਂਤੀ ਨਾਲ ਰਹਿਣ ਵਾਲੇ ਬੰਦੇ ਆ। ਸਾਨੂੰ ਪ੍ਰਵੋਕ ਕਿਉਂ ਕਰ ਰਹੇ ਨੇ? ਰਾਹ ਲੱਭਣ ਗਏ ਆ 26 ਤਰੀਕ ਵਾਸਤੇ ਵੀ ਸਾਨੂੰ ਦੇ ਦਿਓ ਭਾਈ। ਅੱਜ ਸਵੇਰੇ ਮੀਟਿੰਗ ਚੱਲ ਰਹੀ ਆ, ਕਿਉਂ ਨਹੀਂ ਦੇ ਰਹੇ ਭਾਈ? ਸ਼ਾਂਤਮਈ ਰਹਿ ਰਹੇ। ਕੀ ਰਿਕਾਰਡ ਚਾਹੀਦਾ? ਕਿਹੜਾ ਐਜੀਟੇਸ਼ਨ ਇਦੋਂ ਵੱਡਾ ਵਾ? ਕਿਹਦਾ ਐਡਵੋਕੇਟ ਵੱਡਾ ਵਾ? ਧੰਨਵਾਦ ਜੀ ਗੱਲ ਕਰ ਲਈ। ਸੋ ਹਰਮੀਤ ਸਿੰਘ ਕਾਦੀਆਂ ਜੀ ਨੇ ਬੇहद ਅਹਿਮ ਗੱਲ ਕਹੀ ਹੈ ਕਿ ਹਰ ਸਟੇਟ ਦਾ ਆਪਣਾ ਮੈਟਰ ਹੈ, ਹਰ ਸਟੇਟ ਦੀਆਂ ਆਪਣੀਆਂ ਫਸਲਾਂ ਨੇ। ਸੋ ਹਰ ਫਸਲ ਦੀ ਆਪਣੀ ਖੂਬਸੂਰਤੀ ਸਟੇਟ ਦੇ ਹਿਸਾਬ ਨਾਲ ਹੈ। ਆਸਾਮ ਦੀ ਚਾਹ ਦੀ ਉਹਨਾਂ ਨੇ ਗੱਲ ਕੀਤੀ, ਨਾਗਪੁਰ ਦੇ ਸੰਤਰੇ ਦੀ ਗੱਲ ਕੀਤੀ। ਸੋ ਅਲੱਗ-ਅਲੱਗ ਫਸਲਾਂ ਜਦੋਂ ਅਲੱਗ-ਅਲੱਗ ਸਟੇਟ ਦੀਆਂ ਨੇ ਤਾਂ ਕਾਨੂੰਨ ਵੀ ਅਲੱਗ-ਅਲੱਗ ਸਟੇਟ ਦਾ ਅਲੱਗ-ਅਲੱਗ ਹੋ ਸਕਦਾ। ਔਰ ਵੱਡੀ ਗੱਲ ਕੀ ਹੈ ਕਿ ਜਿਸ ਸਮੇਂ ਇਹ ਸੰਵਿਧਾਨ ਬਣਾਇਆ ਗਿਆ ਸੀ ਤਾਂ ਉਸ ਸਮੇਂ ਇਸੇ ਲਈ ਇਹ ਬਣਾਇਆ ਗਿਆ ਸੀ ਕਿ ਜਿਹੜਾ ਖੇਤੀਬਾੜੀ ਆ ਉਸ ਨੂੰ ਰਾਜਾਂ ਦੇ ਅਧਿਕਾਰ ਖੇਤਰ ਵਿੱਚ ਰੱਖਿਆ ਗਿਆ ਸੀ ਕਿ ਇਸ ਚੀਜ਼ ਨੂੰ ਲੈ ਕੇ ਜੇਕਰ ਕੋਈ ਵੀ ਕਾਨੂੰਨ ਬਣੇਗਾ ਤਾਂ ਉਹ ਸਟੇਟ ਗਵਰਨਮੈਂਟ ਬਣਾਏਗੀ, ਨਾ ਕਿ ਸੈਂਟਰ ਗਵਰਨਮੈਂਟ, ਕਿਉਂਕਿ ਸੈਂਟਰ ਗਵਰਨਮੈਂਟ ਦਾ ਕੰਮ ਪੂਰੀ ਸੈਂਟਰ ਦੇ ਲਈ ਕਾਨੂੰਨ ਬਣਾਉਣਾ, ਪਰ ਰਾਜ ਸਰਕਾਰ ਦਾ ਅਧਿਕਾਰ ਖੇਤਰ ਕੇਵਲ ਤੇ ਕੇਵਲ ਰਾਜ ਤੱਕ ਹੀ ਰਹਿੰਦਾ ਜੀ। ਅੰਮ੍ਰਿਤ ਵੱਲੋਂ
अपना तर्क भी रखा जा रहा है, तो बड़ी शांति दे नाल ही भी गल कही जा रही कि हुण 2 महीने तक जिस तरह ਅਸੀਂ शांतिपूर्वक ढंग दे नाल रहे हैं उस तरीके दे नाल अगे भी ਚੱਲਾਂਗੇ ਤੇ ਇਸੇ ਲਈ ਪਰੇਡ ਦੀ ਇਜਾਜ਼ਤ ਦੇ ਦਿੱਤੀ ਜਾਵੇ। ਪਰ ਰੋਹਿਤ, ਜਿੱਥੇ ਮੀਟਿੰਗ ਹੈ ਉਹ ਸਾਫ਼ ਤੌਰ ਤੇ ਚਿਹਰੇ ਤੇ ਇਹਨਾਂ ਦੇ ਅਜੇ ਵੀ ਉਹ ਇੱਕ ਕਹਿ ਸਕਦੇ ਹਾਂ ਕਿ ਜਿਵੇਂ ਗੁਰਨਾਮ ਚੜੂਣੀ ਨੇ ਕਿਹਾ ਕਿ ਅਸੀਂ ਸਿਰਫ ਤਰੀਕ ਪੁਗਾਉਣ ਚੱਲੇ ਹਾਂ। ਕਿਸਾਨ ਵੀ ਸਮਝਦੇ ਨੇ ਕਿ ਅਜੇ ਵੀ ਉਦਾਂ ਦੀ ਗੱਲਬਾਤ ਹੋਵੇਗੀ। ਇਹਨਾਂ ਦੇ ਚਿਹਰਿਆਂ ਤੋਂ ਜਾਂ ਗੱਲਬਾਤ ਤੋਂ ਲੱਗ ਨਹੀਂ ਰਿਹਾ ਕਿ ਮਸਲੇ ਦੇ ਹੱਲ ਵੱਲ ਗੱਲਬਾਤ ਤੁਰੇਗੀ। जी बिल्कुल अमृत, फिलहाल मैं तुहानूं एक बार तस्वीरां दिखा देना। तुसीं तस्वीरां जरिए देख सकते हो कि जिहड़ी बस तुहानूं टीवी स्क्रीन ते नज़र आ रही है और उस दे पिछे ਜਿਹੜੀਆਂ ਦਿੱਲੀ ਪੁਲਿਸ ਦੀਆਂ ਜਿਪਸੀਆਂ ਆ ਰਹੀਆਂ ਨੇ ਉਹ ਇਸੇ ਬੱਸਾਂ ਨੂੰ ਗਾਈਡ ਕਰਕੇ ਅੱਗੇ ਚੱਲ ਰਹੀਆਂ ਨੇ। ਔਰ ਹਰ ਵਕਤ ਜਦੋਂ ਵੀ ਕੋਈ ਮੀਟਿੰਗ ਹੁੰਦੀ ਹੈ ਤਾਂ 2 ਬੱਸਾਂ ਦੇ ਜ਼ਰੀਏ ਜਿਹੜੇ ਕਿਸਾਨ ਆਗੂ ਨੇ ਉਹ ਜਾਂਦੇ ਨੇ ਔਰ ਜਿਹੜੀਆਂ ਇਸੇ ਤਰ੍ਹਾਂ ਦਿੱਲੀ ਪੁਲਿਸ ਦੀਆਂ ਜਿਪਸੀਆਂ ਨੇ ਉਹ ਗਾਈਡ ਕਰਕੇ ਜਾਂਦੀਆਂ ਨੇ। ਫਿਲਹਾਲ ਦਿੱਲੀ ਦੇ ਵਿੱਚ ਬੱਸ ਐਂਟਰ ਹੋ ਚੁੱਕੀ ਹੈ ਔਰ ਹੁਣ ਤੋਂ ਕੁਝ ਘੰਟੇ ਬਾਅਦ ਕਰੀਬ 1 ਤੋਂ ਸਵਾ ਘੰਟੇ ਦੇ ਬਾਅਦ ਜਿਹੜੀ ਬੱਸ ਹੈਗੀ ਉਹ ਦਿੱਲੀ ਦੇ ਵਿਗਿਆਨ ਭਵਨ ਪਹੁੰਚ ਜਾਏਗੀ ਔਰ 2 ਵਜੇ ਮੀਟਿੰਗ ਹੈ ਜਿਹੜੀ ਉਹ ਸ਼ੁਰੂ ਹੋ ਜਾਏਗੀ। ਜੇਕਰ ਗੱਲ ਕਰੀਏ ਅੱਜ ਦੀ ਮੀਟਿੰਗ ਦੀ ਤਾਂ ਕਿਸਾਨ ਆਗੂ ਇੱਕ ਗੱਲ ਪਹਿਲਾਂ ਹੀ ਸਾਫ਼ ਕਰ ਚੁੱਕੇ ਨੇ ਕਿ ਅਸੀਂ ਕਦੇ ਵੀ ਮੀਟਿੰਗ ਤੋਂ ਇਨਕਾਰ ਨਹੀਂ ਕੀਤਾ, ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਸਰਕਾਰ ਕੱਲ ਨੂੰ ਸਾਨੂੰ ਕਵੇ ਕਿ ਗੱਲਬਾਤ ਦਾ ਰਸਤਾ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ। ਇਸ ਕਰਕੇ ਅਸੀਂ ਹਰ ਮੀਟਿੰਗ ਵਿੱਚ ਜਾਂਦੇ ਹਾਂ, ਪਰ ਸਾਨੂੰ ਇਸ ਮੀਟਿੰਗ ਤੋਂ ਕੋਈ ਉਮੀਦ ਨਹੀਂ। ਔਰ ਦੂਜੇ ਪਾਸੇ ਜਦੋਂ ਸੁਪਰੀਮ ਕੋਰਟ ਦੀ ਕਮੇਟੀ ਦੀ ਗੱਲ ਆਉਂਦੀ ਹੈ ਤਾਂ ਉਸ ਦੇ ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਇਸ ਕਰਕੇ ਕੀਤਾ ਜਾ ਰਿਹਾ ਕਿਉਂਕਿ ਸੁਪਰੀਮ ਕੋਰਟ ਨੇ ਕੋਈ ਬੰਦਿਸ਼ ਨਹੀਂ ਲਗਾਈ ਇਸ ਚੀਜ਼ ਦੀ ਕਿ ਤੁਸੀਂ ਕਮੇਟੀ ਦੇ ਸਾਹਮਣੇ ਪੇਸ਼ ਹੋਣਾ ਹੀ ਹੈ, ਬਲਕਿ ਸੁਪਰੀਮ ਕੋਰਟ ਵੱਲੋਂ ਕਿਹਾ ਗਿਆ ਕਿ ਜੇਕਰ ਕੋਈ ਆਪਣਾ ਪੱਖ ਰੱਖਣਾ ਚਾਹੁੰਦਾ ਜਾਂ ਕੋਈ ਗੱਲ ਐਡ ਆਨ ਕਰਨਾ ਚਾਹੁੰਦਾ ਤਾਂ ਉਹ ਕਰ ਸਕਦਾ। ਤੇ ਕਿਸਾਨ ਕਹਿੰਦੇ ਨੇ ਕਿ ਸਾਨੂੰ ਕਿਸੇ ਵੀ ਕਮੇਟੀ ਦੇ ਵਿਸ਼ਵਾਸ ਨਹੀਂ, ਕਿਉਂਕਿ ਸੈਂਟਰ ਗਵਰਨਮੈਂਟ ਵੱਲੋਂ ਵੀ ਪਹਿਲਾਂ ਇੱਕ ਕਮੇਟੀ ਦਾ ਪ੍ਰਸਤਾਵ ਹੈ ਜਿਹੜਾ ਕਿਸਾਨਾਂ ਨੂੰ ਦਿੱਤਾ ਗਿਆ ਸੀ ਔਰ ਉਸ ਪ੍ਰਸਤਾਵ ਨੂੰ ਕਿਸਾਨਾਂ ਨੇ ਰੱਦ ਕਰਤਾ ਸੀ। ਤਾਂ ਇਸ ਕਰਕੇ ਜੇਕਰ ਪਹਿਲਾਂ ਸੈਂਟਰ ਦੀ ਕਮੇਟੀ ਨੂੰ ਰੱਦ ਕਰ ਦਿੱਤਾ ਤਾਂ ਸੁਪਰੀਮ ਕੋਰਟ ਦੀ ਕਮੇਟੀ ਵੀ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦੀ ਔਰ ਅਸੀਂ ਕਿਸੇ ਵੀ ਤਰ੍ਹਾਂ ਦੀ ਕਮੇਟੀ ਦੇ ਸਾਹਮਣੇ ਪੇਸ਼ ਨਹੀਂ ਹੋਵਾਂਗੇ। ਜੀ ਅਮਰਿਤ। ਬਿਲਕੁਲ ਰੋਹਿਤ, ਫਿਲਹਾਲ ਸੁਪਰੀਮ ਕੋਰਟ ਦੀ ਕਮੇਟੀ ਦੇ ਵੱਲੋਂ ਵੀ ਕੱਲ ਕਿਹਾ ਗਿਆ ਹੈ ਕਿ ਕੱਲ ਦੀ ਮੀਟਿੰਗ ਦੇ ਵਿੱਚ ਜੋ ਕਿਸਾਨ ਪੇਸ਼ ਹੋਣ, ਪਰ ਕਿਸਾਨ ਜਿਵੇਂ ਕਹਿ ਚੁੱਕੇ ਨੇ ਕਿ ਅਸੀਂ ਨਾਮਨਜ਼ੂਰ ਕਰ ਦਿੱਤਾ, ਯਾਨੀ ਕਿ ਕਿਸਾਨ ਉਸ ਕਮੇਟੀ ਦੇ ਸਾਹਮਣੇ ਕੱਲ ਪੇਸ਼ ਹੁੰਦੇ ਨਜ਼ਰ ਨਹੀਂ ਆ ਰਹੇ। ਤਾਂ ਫਿਲਹਾਲ ਰੋਹਿਤ ਲਗਾਤਾਰ ਨਜ਼ਰ ਬਣੀ ਹੋਈ ਹੈ, ਮਹਾ ਕਵਰੇਜ ਵੀ ਜਾਰੀ ਹੈ। ਫਿਲਹਾਲ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਦੇ ਹਾਂ।